हो गई स्टार्ट। तो बेटे ਅਸੀਂ ਲੈਟਿਸ ਵਾਈਬ੍ਰੇਸ਼ਨ ਕਰ ਰਹੇ ਹਾਂ ਟੌਪਿਕ ਤੇ ਇੰਟਰੋਡਕਸ਼ਨ ਕਰ ਲਈ ਹੋਈ ਹੈ, ਜਿਹਦੇ ਵਿੱਚ ਕੀ ਕੀਤਾ ਸੀਗਾ ਕਲਾਸੀਕਲ ਆਸੀਲੇਟਰ ਤੇ ਕੁਆਂਟਮ ਆਸੀਲੇਟਰ। ਕਲਾਸੀਕਲ ਆਸੀਲੇਟਰ 'ਚ ਮਿਨੀਮਮ એનર્ਜੀ 0 ਹੋਈ ਸੀ, ਕੁਆਂਟਮ 'ਚ ਕਿੰਨੀ ਹੁੰਦੀ ਹੈ ਹਾਫ ਐਚ ਕਟ ਓਮੇਗਾ, ਮਿਨੀਮਮ 0 ਨਹੀਂ ਹੁੰਦੀ। ਇਹ ਪੜ੍ਹਿਆ ਆਪਾਂ। ਫਿਰ ਉਸ ਤੋਂ ਬਾਅਦ ਆਇਆ ਸਾਡੇ ਕੋਲ 1 ਡਾਇਮੈਂਸ਼ਨ ਇਨਫਾਈਨਾਈਟ ਲੌਂਗ ਚੇਨ ਆਈ, ਠੀਕ ਹੈ, ਜਿਹਦੇ ਵਿੱਚ ਕਿਹੜੇ ਪਾਰਟੀਕਲ ਸਾਰੇ ਗਏ ਸੀ ਮੋਨੋਟੋਮਿਕ ਗਏ ਸੀ। ਮੋਨੋਟੋਮਿਕ ਦੇ ਵਿੱਚ ਅਸੀਂ ਜਦੋਂ ਵਾਈਬ੍ਰੇਸ਼ਨ ਸੈੱਟ ਹੁੰਦੀ ਹੈ ਤੇ ਅਸੀਂ ਕੀ ਫਾਈਂਡ ਆਊਟ ਕੀਤਾ ਸੀ ਓਮੇਗਾ ਐਂਗੂਲਰ ਫ੍ਰੀਕੁਐਂਸੀ, ਉਹਦਾ ਐਕਸਪ੍ਰੈਸ਼ਨ ਫਾਈਂਡ ਕੀਤਾ ਤੇ ਸਪੈਸ਼ਲ ਕੇਸਿਸ ਕੀਤੇ ਸੀ ਤੇ ਇਹਦੇ ਵਿੱਚ ਕੀ ਨਿਕਲਿਆ ਸੀ ਲੋ ਫ੍ਰੀਕੁਐਂਸੀ ਜਦੋਂ ਹੋਏਗੀ ਲੌਂਗਰ ਵੇਵਲੈਂਥ ਤਾਂ ਉਹ ਟਰੈਵਲਿੰਗ ਵੇਵ ਬਣਦੀ ਹੈ, ਬਟ ਜੇ ਹਾਈ ਫ੍ਰੀਕੁਐਂਸੀ ਹੋਏਗੀ ਸ਼ਾਰਟਰ ਵੇਵਲੈਂਥ ਉੱਥੇ ਬਣਦੀ ਸਟੈਂਡਿੰਗ ਵੇਵ, ਠੀਕ ਹੈ। ਤਾਂ ਇੱਥੇ ਪਤਾ ਲੱਗਾ ਸੀ ਕਿ ਲੋ ਪਾਸ ਫਿਲਟਰ ਐਕਟ ਕਰਦਾ ਹੈ ਮੋਨੋਟੋਮਿਕ ਲੀਨੀਅਰ ਚੇਨ। ਫਿਰ ਉਸ ਬਾਅਦ ਅਸੀਂ ਆਏ ਡਾਇਟੋਮਿਕ ਤੇ। ਡਾਇਟੋਮਿਕ ਦਾ ਆਰਟੀਕਲ ਲੈਂਥੀ ਅਸੀਂ 2 ਲੈਕਚਰ ਲੱਗ ਗਏ ਸਾਨੂੰ ਕਵਰ ਕਰਦੇ ਕਰਦੇ। ਤਾਂ ਡਾਇਟੋਮਿਕ ਦੇ ਵਿੱਚ ਅਸੀਂ ਸਭ ਤੋਂ ਇੰਪੋਰਟੈਂਟ ਚੀਜ਼ ਬੜੀ ਸੀ ਲੀਨੀਅਰ ਦੇ ਵਿੱਚ ਆਪਟੀਕਲ ਬ੍ਰਾਂਚ ਤੇ ਦੂਜੀ ਕਿਹੜੀ ਕੀਤੀ ਅਕੋਸਟਿਕ। ਆਪਟੀਕਲ ਬ੍ਰਾਂਚ ਦਾ ਮਤਲਬ ਹੈ ਟਰਾਂਸਵਰਸ ਨੇਚਰ ਤੇ ਅਕੋਸਟਿਕ ਦਾ ਮਤਲਬ ਕੀ ਹੈ ਲੌਂਗੀਟਿਊਡਨਲ ਨੇਚਰ। ਐਂਡ 'ਚ ਅਸੀਂ ਜਾ ਕੇ ਪ੍ਰੂਵ ਵੀ ਕੀਤਾ ਸੀ, ਬੁੱਕ ਦੇ ਵਿੱਚ ਪ੍ਰੂਫ ਨਹੀਂ ਲਿਖਿਆ ਹੋਇਆ, ਸਿੱਧੇ ਆਨਸਰ ਲਿਖੇ ਹੋਏ। ਮੈਂ ਮੈਥਮੈਟਿਕਲੀ ਪ੍ਰੂਵ ਕਰਵਾਤੇ ਸੀ ਕਿ ਜੇ ਐਂਪਲੀਟਿਊਡ ਦੋਵਾਂ ਦੇ ਪੋਜ਼ਿਟਿਵ ਹੈਗੇ ਆ ਰੇਸ਼ੋ 1 ਆਉਂਦੀ ਹੈ ਜਾਂ ਪੋਜ਼ਿਟਿਵ ਆਉਂਦੀ ਹੈ, ਮੀਨ ਸਾਈਮਲਟੇਨੀਅਸਲੀ ਅੱਗੇ ਜਾ ਰਹੇ ਸਾਈਮਲਟੇਨੀਅਸਲੀ ਇਹ ਕਿਹਦੀ ਪ੍ਰਾਪਰਟੀ ਹੁੰਦੀ ਅਕੋਸਟਿਕ ਦੀ। ਇਹਨੂੰ ਕਿਹੜਾ ਮੋਡ ਕਵਾਂਗੇ ਅਸੀਂ ਅਕੋਸਟਿਕ ਮੋਡ ਜਾਂ ਲੌਂਗੀਟਿਊਡਨਲ। ਤੇ ਜੇ ਐਂਪਲੀਟਿਊਡ ਦੀ ਰੇਸ਼ੋ ਜਿਹੜੀ ਸਾਡੀ 2 ਆਨਸਰ ਆਏ ਸੀ ਉਹਨਾਂ ਦੇ ਰੇਸ਼ੋ ਨੈਗੇਟਿਵ ਚਾਰਜ ਹੈ ਤੇ ਕਿਹੜਾ ਮੋਡ ਹੈਗਾ ਟ੍ਰਾਂਸਫਰ। ਮੇਨ ਪ੍ਰੋਬਲਮ ਲੀਨੀਅਰ ਮੋਨੋਟੋਮਿਕ ਤੇ ਲੀਨੀਅਰ ਡਾਇਟੋਮਿਕ ਚਾਹੀ ਸੀ ਇਕੁਏਸ਼ਨ ਦੀ। ਲੀਨੀਅਰ ਮੋਨੋਟੋਮਿਕ 'ਚ ਕੁਆਡਰੇਟਿਕ ਇਕੁਏਸ਼ਨ ਬਣੀ ਸੀ, ਬੜੇ ਸਿੰਪਲੀ ਓਮੇਗਾ ਦੀ 2 ਵੈਲਿਊਜ਼ ਆ ਗਈਆਂ ਸੀ ਤੇ ਇਹਦੇ ਵਿੱਚ ਇਕੁਏਸ਼ਨ ਕਿਹੜੀ ਬਣੀ ਸੀ ਡਾਇਟੋਮਿਕ 'ਚ ਬਾਈ ਕੁਆਡਰੇਟਿਕ ਡਿਗਰੀ 4 ਦੀ, ਜਿਹਦੇ ਵਿੱਚ 2 ਰੂਟਸ ਹੈਗੇ ਸੀ ਓਮੇਗਾ ਪਲੱਸ ਦੇ ਤੇ 2 ਰੂਟ ਹੈਗੇ ਸੀ ਓਮੇਗਾ। ਅਸੀਂ ਇਹ ਕੰਡੀਸ਼ਨਸ ਕਿਹਦੇ ਵਾਸਤੇ ਲਗਾਈਆਂ ਸੀ ਸਿਰਫ ਲੌਂਗਰ ਵੇਵਲੈਂਥ ਦੀ। ਕਿਹਦੀ ਕੱਢੀਆਂ ਸੀ ਆਪਾਂ ਕਿਉਂਕਿ ਲੌਂਗਰ ਵੇਵਲੈਂਥ ਮੀਨ ਸ਼ਾਰਟਰ ਫ੍ਰੀਕੁਐਂਸੀ ਲੋ ਪਾਸ ਫਿਲਟਰ ਆਪਾਂ ਉਹਨੂੰ ਹੀ ਪੜ੍ਹਿਆ ਤੇ ਮੇਨ ਕੰਡੀਸ਼ਨਸ ਲਗਾਈਆਂ ਕਿ ਅਗਰ ਐਂਗਲ ਸਮਾਲ ਹੋਵੇ ਥੀਟਾ 0 ਹੋ ਜਾਏ ਤੇ 2 ਆਨਸਰ ਨਿਕਲਦੇ ਜਾਂ ਤਾਂ ਸਾਈਨ 0 ਨੂੰ 0 ਕਰ ਦੋਗੇ ਜਾਂ ਸਾਈਨ ਥੀਟਾ ਨੂੰ ਅਪਰੋਕਸੀਮੇਟ ਥੀਟਾ ਲਿਖ ਦੋਗੇ। ਆਪਾਂ ਦੋਨੋਂ ਕੰਡੀਸ਼ਨਸ ਕਰ ਲਈਆਂ ਸੀ। ਫਿਰ ਮਿਨੀਮਮ ਫ੍ਰੀਕੁਐਂਸੀ ਵੀ ਕੱਢੀ, ਮੈਕਸਿਮਮ ਵੀ ਕੱਢੀ, ਦੋਨੋਂ ਮੋਡਸ। ਫਿਰ ਬ੍ਰਿਲੀਅਨ ਜ਼ੋਨ ਬਣਾਇਆ ਸੀ ਜਿਹਦੇ ਵਿੱਚ ਫੋਰਬਿਡਨ ਰੀਜਨ ਵੀ ਆਇਆ ਸੀ ਜਿੱਥੇ ਕੋਈ ਫ੍ਰੀਕੁਐਂਸੀ ਐਗਜ਼ਿਸਟ ਨਹੀਂ ਕਰ ਸਕਦੀ, ਉਹਦੀ ਬਾਉਂਡਰੀ ਵੀ ਆ ਗਈ, ਸਾਡੇ ਕੋਲ ਸਾਰਾ ਵੀ ਕੰਸਟਰਕਟ ਕਰ ਲਿਆ ਸੀ। ਹੁਣ ਸਾਡਾ ਜਿਹੜਾ ਅਗਲਾ ਟੌਪਿਕ ਹੈਗਾ ਨਾ ਸਿਲੇਬਸ ਦੇ ਵਿੱਚ ਹੋਗਾ ਸਪੈਸੀਫਿਕ ਹੀਟ। ਕਿਹੜਾ ਹੈ ਬਟ ਸਪੈਸੀਫਿਕ ਹੀਟ ਦਾ ਛੋਟਾ ਪਹਿਲਾਂ ਆਰਟੀਕਲ ਹੈ ਸਿਲੇਬਸ 'ਚ ਲਿਖਿਆ ਹੋਇਆ ਹੈ, ਹੈਡਿੰਗ ਪਾ ਲਓ ਡੈਂਸਿਟੀ ਆਫ ਮੋਡਸ ਆਫ ਵਾਈਬ੍ਰੇਸ਼ਨ। ਛੋਟਾ ਟੌਪਿਕ ਹੈ, ਅੱਜ ਦਾ ਲੈਕਚਰ ਕੰਪਲੀਟ ਹੋਏਗਾ। ਕੱਲ ਤੇ ਪਰਸੋਂ ਲੈਕਚਰ ਦੇ ਵਿੱਚ ਅਸੀਂ ਜਾ ਕੇ ਯੂਨਿਟ ਕੰਪਲੀਟ ਕਰ ਦਾਂਗੇ ਸਪੈਸੀਫਿਕ ਹੀਟ। 20 ਨੰਬਰ ਦਾ ਪੂਰਾ ਕੁਐਸਚਨ ਆਣਾ ਸਪੈਸੀਫਿਕ ਹੀਟ ਤੇ ਜਿੰਨਾ ਅੱਜ ਤੱਕ ਹੋ ਜਾਏਗਾ ਉੱਤੇ ਇੱਕ 20 ਨੰਬਰ ਦਾ ਕੁਐਸਚਨ ਬਣਦਾ। ਲੀਨੀਅਰ ਮੋਨੋਟੋਮਿਕ ਚੇਨ ਆ ਗਈ ਕੱਲੀ ਆਈ 10 ਜਾਂ 12 ਨੰਬਰ ਦੀ, ਡਾਇਟੋਮਿਕ ਆ ਗਈ 15 ਤੋਂ 20 ਨੰਬਰ ਦੇ ਵਿੱਚ ਕੁਐਸਚਨ, ਠੀਕ ਹੈ। ਤੇ ਡੈਂਸਿਟੀ ਆਫ ਮੋਡਸ ਕੱਲਾ ਆਇਆ ਤਾਂ 7 ਤੋਂ 8 ਨੰਬਰ ਦਾ ਕੁਐਸਚਨ ਹੈਗਾ, ਠੀਕ ਹੈ। ਸੋ ਡੈਂਸਿਟੀ ਆਫ ਮੋਡ ਸਟਾਰਟ ਕਰਨਾ ਹੈ, ਇਹਦੇ ਵਿੱਚ ਲਿਖ ਲਓ ਪਹਿਲੇ ਫॉर 1 ਡਾਇਮੈਂਸ਼ਨ ਲੈਟਿਸ ਆਫ ਐਟਮਸ। ਗੱਲ ਕਿਹਦੀ ਕਰਾਂਗੇ ਆਪਾਂ ਫਿਰ ਸਾਡੀ ਜਿਹੜੀ ਗ੍ਰੈਜੂਏਸ਼ਨ ਦੇ ਕੰਡੈਂਸ ਮੈਟਰ ਫਿਜ਼ਿਕਸ ਜ਼ਿਆਦਾਤਰ ਸਾਡੀ 1 ਡਾਇਮੈਂਸ਼ਨ 'ਤੇ ਚੱਲੇਗੀ, 2D ਤੇ 3D ਤੇ ਨਹੀਂ ਜਾਵਾਂਗੇ ਅਸੀਂ। 1 ਡਾਇਮੈਂਸ਼ਨ ਲੈਟਿਸ ਦੇ ਵਿੱਚ ਅਸੀਂ ਕੀ ਲੱਭਣੇ ਆ ਵਾਈਬ੍ਰੇਸ਼ਨਲ ਮੋਡਸ ਡੈਂਸਿਟੀ ਕੀ ਲੱਭਣੀ ਹੈ ਵਾਈਬ੍ਰੇਸ਼ਨਲ ਮੋਡਸ ਡੈਂਸਿਟੀ। ਪਹਿਲਾਂ ਮੈਂ ਥੋੜਾ ਜਿਹਾ ਬੇਸਿਕ ਦੱਸਦਾ ਕਿ ਮੋਡ ਕੀ ਚੀਜ਼ ਹੁੰਦੀ ਹੈ, ਠੀਕ ਹੈ। ਜਿਵੇਂ ਸਾਡੀ ਗੱਡੀ 'ਚ ਗੇਅਰ ਹੁੰਦੇ ਨਾ, ਤੁਸੀਂ ਗੇਅਰ ਨਾਲ ਉਹਨੂੰ ਕਰ ਸਕਦੇ ਹੋ ਰਿਲੇਟ ਕਿ ਪਹਿਲਾ ਗੇਅਰ ਹੈ ਦੂਜਾ ਗੇਅਰ, ਗੱਡੀ ਤਾਂ ਸਾਰੇ ਗੇਅਰਾਂ ਚੱਲਦੀ ਪਈ ਹੈ ਬਟ ਫਰਕ ਇਸ ਚੀਜ਼ ਦਾ ਆ ਗਿਆ ਸਪੀਡ ਦਾ, ਸਟਰੈਂਥ ਦਾ, ਠੀਕ ਹੈ। ਪੁਲ ਚੜ੍ਹਨਾ ਹੋਵੇ ਛੋਟੇ ਗੇਅਰ ਤੇ ਗੱਡੀ ਚੜ੍ਹਦੀ ਹੈ, ਜੇ ਕਿਸੇ ਨੂੰ ਕਾਰ ਚਲਾਉਣੀ ਆਉਂਦੀ ਹੋਵੇ ਜਾਂ ਬਾਈਕ ਚਲਾਉਣੀ ਆਉਂਦੀ ਹੋਵੇ, ਜਦੋਂ ਅਸੀਂ ਪੁਲ ਚੜ੍ਹਨਾ ਹੁੰਦਾ ਨਾ ਬਿਲਕੁਲ ਨੀਚੇ ਹੋ ਤੇ ਸਾਨੂੰ ਛੋਟਾ ਗੇਅਰ ਚੜਾਉਣਾ ਪੈਂਦਾ, ਮੋਡ ਚੇਂਜ ਕਰਨਾ ਪੈਂਦਾ। ਤੇ ਜੇ ਅਸੀਂ ਫਲੈਟ ਰੋਡ ਤੇ ਹੈਗੇ ਆ ਪਲੇਨ ਰੋਡ ਤੇ ਸਪੀਡ ਵਧਾਉਣੀ ਹੈ ਤੇ ਗੇਅਰ ਵਧਾਉਣਾ ਪੈਂਦਾ। ਕਾਰ ਨੇ ਬਾਈਕ ਨੇ ਚੱਲਣਾ ਹੀ ਚੱਲਣਾ ਹੈ ਬਟ ਮੋਡਸ ਅਲੱਗ-ਅਲੱਗ ਹੈ। ਇੱਦਾਂ ਹੀ ਲੀਨੀਅਰ ਚੇਨ ਹੀ ਹੈ ਐਟਮ ਦੀ, ਉਹ ਡਾਇਟੋਮਿਕ ਵੀ ਹੋ ਸਕਦੇ, ਮੋਨੋਟੋਮਿਕ ਵੀ ਹੋ ਸਕਦੇ, ਟ੍ਰਾਈਟੋਮਿਕ ਵੀ ਹੋ ਸਕਦੇ। ਕੋਈ ਤੁਹਾਨੂੰ ਪਤਾ ਮੋਲੀਕਿਊਲ ਟ੍ਰਾਈਟੋਮਿਕ ਲੀਨੀਅਰ ਸੋਲਿਡ ਹੋਵੇ ਤੇ ਟ੍ਰਾਈਟੋਮਿਕ ਹੋਵੇ, ਸੁਣਿਆ ਕਦੀ? 3 ਐਟਮ ਵਾਲਾ ਇੱਕ ਮੋਲੀਕਿਊਲ ਜਿਹੜਾ ਸੇਮ ਟਾਈਮ ਤੇ ਲੀਨੀਅਰ ਵੀ ਹੈਗਾ ਤੇ ਸੋਲਿਡ ਵੀ ਐਗਜ਼ਿਸਟ ਕਰਦਾ, ਪਤਾ ਕਿਸੇ ਨੂੰ ਰੀਅਲ ਲਾਈਫ ਦੇ ਵਿੱਚ? ਕਾਰਬਨ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ ਨਾ, ਪਰ ਜੇ ਉਹਨੂੰ ਅੰਡਰ ਹਾਈ ਪ੍ਰੈਸ਼ਰ ਰੱਖਾਂਗੇ ਕੀ ਬਣ ਜਾਏਗਾ? ਲਿਕੁਇਡ ਬਣੇਗੀ ਕਿ ਗੈਸ ਸੋਲਿਡ ਬਣੇਗਾ? ਸੋਲਿਡ ਡਰਾਈ ਆਈਸ, ਸੁਣਿਆ ਨਹੀਂ ਕਦੀ? ਠੀਕ ਹੈ। ਕਾਰਬਨ ਡਾਈਆਕਸਾਈਡ ਨੂੰ ਲਿਕੁਇਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਨਾ
ਉਹਦੇ ਉਹ ਮੌਕੇ ਦੇ ਕ੍ਰਿਸਟਲ ਬਣ ਜਾਂਦੇ ਆ, ਸੋਲਿਡ ਬਣ ਜਾਂਦਾ ਉਹ ਡਰਾਈ ਆਈਸ ਹੈਗਾ। ਤੇ ਡਰਾਈ ਆਈਸ ਦੇ 3 ਕਾਰਬਨ ਸਟ੍ਰੇਟ ਚੇਨ ਮੋਲੀਕਿਊਲ, ਠੀਕ ਹੈ। ਤੇ ਡਾਇਟੋਮਿਕ ਦੀ ਬੜੀ ਸਾਰੀ ਐਗਜ਼ਾਮਪਲਸ ਹੈ, ਤੇ ਟ੍ਰਾਈਟੋਮਿਕ ਦੀ ਵੀ ਸਾਡੇ ਕੋਲ ਹੈਗੀ ਹੈ। ਮੋਡ ਦੇ ਵਿੱਚ ਗੱਲ ਕਰੀਏ, ਮੰਨ ਲੈਂਦੇ ਹਾਂ ਮੇਰੇ ਕੋਲ ਕਿੰਨੇ ਐਟਮ ਹੈਗੇ 5। ਬੇਟੇ ਕੈਮਰੇ 'ਚ ਦੇਖੀ ਕਲੀਅਰ ਹੈ, ਚੇਨ ਉਧਰ ਲੈ, ਠੀਕ ਹੈ ਨਾ। ਜਿੱਤੇ ਵੀ ਜੇ ਵਿਜ਼ਿਬਿਲਿਟੀ ਘਟੇਗੀ ਮੈਨੂੰ ਦੱਸ ਦੇ, ਠੀਕ ਹੈ, ਉੱਥੇ ਚੇਨ ਨਾਲ ਹੀ। ਅੱਛਾ 5 ਐਟਮ ਦੀ ਹੈਗੇ, ਕਿੰਨੇ ਐਟਮ ਹੈ ਮੰਨ ਲਓ ਚੇਨ ਦੇ ਵਿੱਚ 5 ਐਟਮ। ਧਿਆਨ ਰੱਖਣਾ ਕਿ ਅਸੀਂ ਜਿਹੜੇ ਮੋਡ ਕਰਾਂਗੇ ਨਾ ਵਾਈਬ੍ਰੇਸ਼ਨ, ਅਸੀਂ ਇੱਕ ਕਨਫਾਈਨਡ ਸਪੇਸ ਦੀ ਗੱਲ ਕਰਾਂਗੇ। ਕਿਹਦੀ ਗੱਲ ਕਰਾਂਗੇ? ਕਨਫਾਈਨਡ ਦਾ ਮਤਲਬ ਪਤਾ ਤੁਹਾਨੂੰ ਕੀ ਹੁੰਦਾ? ਬਾਉਂਡਡ ਹੁੰਦਾ ਜਿਹੜਾ, ਇੱਧਰੋਂ ਵੀ ਲਿਮਿਟ ਹੈਗੀ ਤੇ ਇੱਧਰੋਂ ਵੀ ਲਿਮਿਟ ਹੈਗੀ। ਇਹਦਾ ਮਤਲਬ ਸਾਨੂੰ ਹੁਣ ਜਿਹੜਾ ਲੈਟਿਸ ਹੋਏਗਾ ਨਾ, ਲੈਟਿਸ ਤੇ ਸਟੇਸ਼ਨਰੀ ਵੇਵ ਚਾਹੀਦੀ ਹੋਏਗੀ। ਕੀ ਚਾਹੀਦੀ ਹੋਏਗੀ? ਜੇ ਅਸੀਂ ਮੋਡਸ ਗਿਣਤੀ ਕਰਨੀ ਹੈ, ਜੇ ਇਨਫਾਈਨਾਈਟ ਲੌਂਗ ਚੇਨ ਚਲੀ ਗਈ ਤੇ ਵੇਵ ਵਾਈਬ੍ਰੇਸ਼ਨ ਅੱਗੇ ਜਾਂਦੀ ਪਈ ਹੈ, ਅਸੀਂ ਕਾਊਂਟਿੰਗ ਨਹੀਂ ਕਰ ਸਕਦੇ। तो साडा मेन पर्पस की है, डेंसिटी मोड्स काउंट करने। काउंट तां ही करांगे जे लिमिटेड सप्लाई होएगी, लिमिटेड वेव होएगी, किहड़ी हुंदी है? स्टेशनरी। 5 एटम है, कन्फाइंड स्पेस है, मान लो इदां 1 2 3 4 5, ठीक है। ਇਹ ਚੀਜ਼ ਧਿਆਨ ਰੱਖਣੀ ਹੈ ਕਿ ਜਦੋਂ ਅਸੀਂ ਡੈਂਸਿਟੀ ਕੱਢਾਂਗੇ ਨਾ, ਮੋਡਸ ਕੱਢਦੇ ਆ, ਤੇ ਜੇ ਸਟੇਸ਼ਨਰੀ ਵੇਵ ਹੈ, ਪਹਿਲਾ ਪਾਰਟੀਕਲ x0 ਤੇ f ਪਰਮਾਨੈਂਟ ਰੈਸਟ ਤੇ ਹੈਗਾ, ਇਹ ਕਦੀ ਮੂਵ। ਇਹ ਦੇ ਵਾਲੇ ਐਗਜ਼ਾਮਪਲ ਲਈਏ, ਕੱਪੜੇ ਟੰਗਣ ਵਾਲੀ ਜਿਹੜੀ ਤਾਰ ਹੁੰਦੀ, ਤਾਰ ਨੂੰ ਉਧਰੋਂ ਵੀ ਹੁੱਕ ਕਰਤਾ, ਉਧਰੋਂ ਵੀ ਹੁੱਕ ਕਰਤਾ, ਜਿੰਨਾ ਮਰਜ਼ੀ ਤਾਰ ਨੂੰ ਡਿਸਟਰਬ ਕਰ ਦੋ, ਵੇਵ ਟਰੈਵਲ ਕਰੇਗੀ, ਬਟ ਦੋਨੋਂ ਕਾਰਨਰ ਹਮੇਸ਼ਾ ਕੀ ਰਹਿਣਗੇ? ਰੈਸਟ ਤੇ। ਇਹਦਾ ਮਤਲਬ ਪਹਿਲਾ ਪਾਰਟੀਕਲ ਤੇ ਜਿਹੜਾ ਲਾਸਟ ਵਾਲਾ ਪਾਰਟੀਕਲ ਹੈਗਾ ਨਾ, ਉਹਨੇ ਹਮੇਸ਼ਾ ਕੀ ਰਹਿਣਾ? ਇਹ ਕੰਡੀਸ਼ਨ ਹੈਗੀ, ਇਹਨੂੰ ਕਹਿੰਦੇ ਬਾਉਂਡਰੀ ਕੰਡੀਸ਼ਨ। ਇਹ ਚੀਜ਼ ਕਲੀਅਰ ਹੋ ਗਈ, ਠੀਕ ਹੈ। ਤੇ ਜ਼ਰੂਰੀ ਹੈ ਕਿ ਇਸ ਤੋਂ ਇੱਕ ਪਿਛਲਾ ਪਾਰਟੀਕਲ ਵੀ ਹਮੇਸ਼ਾ ਰੈਸਟ ਤੇ ਹੋਵੇ? ਜ਼ਰੂਰੀ ਹੈ ਕਿ ਇਹ ਵੀ ਰੈਸਟ ਤੇ ਹੋਵੇ? ਨਹੀਂ, ਆਹ ਕੰਡੀਸ਼ਨ ਜ਼ਰੂਰੀ ਨਹੀਂ ਹੈ। ਇਹ ਰੈਸਟ ਦੇ ਅੰਦਰ ਵਾਲੇ ਹੋ ਵੀ ਸਕਦੇ ਆ, ਨਹੀਂ ਵੀ ਹੋ ਸਕਦੇ। ਤੁਸੀਂ ਮੈਲਡੇ ਦਾ ਐਕਸਪੈਰੀਮੈਂਟ ਕੀਤਾ ਹੋਇਆ? ਉਹ ਵੇਟ ਹੈ ਕਰਕੇ ਧਾਗੇ ਦਾ, ਉਸ ਫਿਗਰ ਆਫ 8 ਬਣਦੀ ਸੀ, ਉਹਦੀ ਗੱਲ ਕਰਨ ਲੱਗਾ ਮੈਂ। ਤੁਸੀਂ ਮਾਸ ਬਦਲਦੇ ਜਾਂਦੇ ਸੀ, ਸ਼ੇਪ ਬਦਲਦੀ ਸੀ। ਹੋ ਸਕਦਾ ਸਟ੍ਰਿੰਗ ਦੀ ਸ਼ੇਪ ਜਦੋਂ ਵਾਈਬ੍ਰੇਟ ਕਰੇ ਤੇ ਪਹਿਲਾ ਮੋਡ ਇਹ ਵਾਲਾ ਹੁੰਦਾ, ਪਹਿਲਾ ਮੋਡ ਇਹ ਵਾਲਾ। ਇਹਦਾ ਮਤਲਬ ਬਾਉਂਡਰੀਜ਼ ਪਾਰਟੀਕਲ ਰੈਸਟ ਤੇ ਅੰਦਰਲੇ ਪਾਰਟੀਕਲ ਸਾਰੇ ਬੜੀ ਤੇਜ਼ੀ ਨਾਲ ਮੂਵ ਕਰਦੇ। ਇਹ ਫਰਸਟ ਮੋਡ ਹੈ, ਲੱਗਿਆ ਪਤਾ? मान लेने ਇਹਦਾ ਗੈਪ a ਹੈ, ਇਹ ਵੀ a ਹੈ ਤੇ ਇਹ ਵੀ a ਹੈ, ਤੇ ਟੋਟਲ ਲੈਂਥ ਕਿੰਨੀ ਹੋ ਗਈ ਮੋਡ ਦੀ? ਪੂਰੀ 4a ਹੋ ਗਈ। ਕਿੰਨੀ ਲੈਂਥ ਹੋ ਗਈ? 4a। ਸਮਝ ਲੱਗੀ? ਪਹਿਲਾਂ ਹੋ ਸਕਦਾ ਦੂਜਾ ਮੋਡ ਇਦਾਂ ਦਾ ਹੋ ਜਾਏ ਕਿ ਇਹ ਆ ਜਾਏ ਇਸ ਤਰ੍ਹਾਂ, ਇਹ ਵੀ ਪੋਸਿਬਿਲਿਟੀ ਹੈਗੀ ਨਹੀਂ। ਇਹਦਾ ਮਤਲਬ ਕੀ ਹੋਏਗਾ? ਆ ਪਾਰਟੀਕਲ ਤੇ ਆ ਪਾਰਟੀਕਲ ਤਿੰਨ ਰੈਸਟ ਨੇ, ਦੋ ਵਿੱਚ ਕੀ ਕਰ ਰਹੇ? ਵਾਈਬ੍ਰੇਟ ਕਰ ਰਹੇ। ਸੈਕਿੰਡ ਮੋਡ ਹੈ। ਸੋ ਪਾਰਟੀਕਲ ਹੁਣ ਇਹ ਵਾਈਬ੍ਰੇਸ਼ਨ ਕਿੱਥੇ ਚੱਲਦੀ ਪਈ ਹੈ? ਵੇਵ ਹੌਰੀਜ਼ੌਂਟਲ ਟਰੈਵਲ ਕਰ ਰਹੀ ਹੈ, ਪਾਰਟੀਕਲ ਅਪ ਐਂਡ ਡਾਊਨ ਜਾ ਰਿਹਾ। ਵੇਵ ਕੀ ਹੈ? ਹੌਰੀਜ਼ੌਂਟਲ, ਤੇ ਪਾਰਟੀਕਲ ਕਿੱਥੇ ਜਾ ਰਹੇ? ਇਹ ਕਿਹੜਾ ਮੋਡ ਹੈ ਵਾਈਬ੍ਰੇਸ਼ਨ ਦਾ? ਇਹ ਟ੍ਰਾਂਸਵਰਸ ਹੈ, ਜਿਹਨੂੰ ਆਪਾਂ ਕੀ ਕਹਾਂਗੇ? ਆਪਟੀਕਲ ਬ੍ਰਾਂਚ। ਸੋ ਅਸੀਂ ਇਸ ਕੁਐਸਚਨ 'ਚ ਆਪਟੀਕਲ ਬ੍ਰਾਂਚ ਦੀ ਗੱਲ ਕਰਾਂਗੇ। ਹੋਏ ਵੀ ਸਕਦਾ ਹੈ ਕਿ ਇਹ ਪਾਰਟੀਕਲ ਅੱਗੇ ਪਿੱਛੇ ਮੂਵ ਕਰ ਜਾਏ, ਬਟ ਦਿੱਕਤ ਆਏਗੀ ਜਦੋਂ ਆਹ ਵਾਲਾ ਪਾਰਟੀਕਲ ਇਹਨੂੰ ਧੱਕਾ ਲਾਏਗਾ ਨਾ, ਤੇ ਇਹਨੇ ਮੂਵ ਨਹੀਂ ਕਰਨਾ। ਸਟੈਂਡਿੰਗ ਵੇਵ ਸਟ੍ਰਿੰਗ ਦੇ ਵਿੱਚ ਹਮੇਸ਼ਾ ਕਿਹੜੀ ਹੁੰਦੀ ਹੈ? ਟ੍ਰਾਂਸਫਰ। ਧਾਗੇ ਦੇ ਵਿੱਚ ਯਾਦ ਰੱਖਣਾ, ਧਾਗਾ ਦੇ ਖਿੱਚ ਕੇ ਬੰਨ ਲਓਗੇ ਨਾ, ਤੇ ਉਹਨੂੰ ਤੁਸੀਂ ਕਦੀ ਐਦਾਂ ਨਹੀਂ ਕਰ ਸਕਦੇ। ਐਦਾਂ ਕਰੋਗੇ ਤੇ ਪਾਰਟੀਕਲ ਮੂਵ ਹੋ ਗਏ। ਤੁਸੀਂ ਇਹ ਫਿਕਸ ਕਰਤੇ, ਡਿਸਟਰਬ ਕਰੋ, ਪਾਰਟੀਕਲ ਹਮੇਸ਼ਾ ਅਪ ਐਂਡ ਡਾਊਨ ਜਾਣਗੇ, ਠੀਕ ਹੈ। ਦੂਜਾ ਮੋਡ ਇਹ ਹੋ ਗਿਆ। ਇਹਦੇ ਵਿੱਚ ਜਿਸ ਜਗ੍ਹਾ ਤੇ ਐਂਪਲੀਟਿਊਡ ਬਿਲਕੁਲ ਜਾਂ ਮੋਡ ਡਿਸਪਲੇਸਮੈਂਟ 0 ਹੁੰਦੀ ਹੈ, ਉਹਨੂੰ ਕਹਿੰਦੇ ਨੋਡ। ਅਪਾਇੰਟਡ ਹੈਗਾ ਆ ਤਾਂ ਪਰਮਾਨੈਂਟ ਨੋਡ ਹੈਗੀ। फिर इसके बाद एवी मोड हो सकता है, हो सकता है कि नहीं? अभी पार्टिकल रस्ते वाला की आ जाए, मतलब वाइब्रेशन स्ट्रिंग की चलती पई है, कोई ना कोई मौका है भी आ सकता पूरी स्ट्रिंग वाइब्रेट ही ना करे किसी टाइम पे, जो सारे इंस्टेंट पे की हो जाएंगे? रेस्ट होंगे। ਇੱਥੇ ਵੀ ਨੋਡ ਬਣ ਗਈ, ਅਗਲੇ ਟਾਈਮ ਤੇ ਕੁਝ ਹੋਰ ਚੇਂਜ ਹੋ ਸਕਦਾ। ਹੁਣ ਇਹਦੇ ਵਿੱਚ ਦੇਖੋ, ਜੇ 5 ਪਾਰਟੀਕਲ ਲੱਗੇ ਆ ਤੇ ਇੰਟਰਵਲ ਕਿੰਨੇ ਬਣਦੇ ਪਏ? ਮੈਕਸਿਮਮ ਇੰਟਰਵਲ 1 2 3 ਤੇ 4। ਇਹਦੇ ਮੈਕਸਿਮਮ ਕਿੰਨੇ ਇੰਟਰਵਲ ਬਣ ਸਕਦੇ? ਘੱਟ ਤੋਂ ਘੱਟ 1 ਬਣੇਗਾ। ਸਭ ਤੋਂ ਪਹਿਲੇ ਵਾਲਾ ਘੱਟ ਤੋਂ ਘੱਟ 1, ਤੇ ਵੱਧ ਤੋਂ ਵੱਧ ਕਿੰਨੇ ਹੈਗੇ? 4। ਜਦੋਂ ਪਾਰਟੀਕਲ ਕਿੰਨੇ ਹੈਗੇ? 5। ਤੇ ਜੇ ਮੇਰੇ ਕੋਲ ਪਾਰਟੀਕਲ n ਹੋਣਗੇ ਤੇ ਮੈਕਸਿਮਮ ਇੰਟਰਵਲ ਬਣਨਗੇ n-1। ਜੇ ਮੇਰੇ ਕੋਲ ਪਾਰਟੀਕਲ n+1 ਹੋਣਗੇ ਤੇ ਕਿੰਨੇ ਇੰਟਰਵਲ ਬਣਨਗੇ? n। ਮੈਂ ਮੇਨ ਇਹ ਚੀਜ਼ ਸਮਝਾਣੀ। ਲੱਗ ਗਿਆ ਪਤਾ? ਹੁਣ ਅਸੀਂ ਆਪਣਾ ਆਰਟੀਕਲ ਸ਼ੁਰੂ ਕਰਾਂਗੇ। ਤੇ
ਸਾਨੂੰ ਇਹਨਾਂ ਪਤਾ ਲੱਗ ਗਿਆ ਸੀ ਇਹਦੇ ਵਿੱਚ ਸਟੈਂਡਿੰਗ ਵੇਵ ਦੀ ਗੱਲ ਕਰਾਂਗੇ ਡੈਂਸਿਟੀ ਆਫ ਮੋਡ ਦੇ ਵਿੱਚ ਕਿ ਟਰੈਵਲਿੰਗ ਵੇਵ ਦੀ ਸਟੈਂਡਿੰਗ। तो टॉपिक का नाम की है डेंसिटी ऑफ वाइब्रेशन, डेंसिटी ऑफ वाइब्रेशन, ठीक है। तो 8 तो 10 नंबर का टॉपिक है, 15 नंबर का पूरा क्वेश्चन है, इन्ना ही छोटा पार्ट है, हो सकता 7 नंबर च भी आ जाए, 7 के 2 क्वेश्चन बन जाए। इतों तक हले कोई न्यूमेरिकल नहीं बनता जी, जिन्हें टॉपिक असीं कीता ना न्यूमेरिकल सारे कितों शुरू होंगे स्पेसिफिक हीट जो ਅਸੀਂ ਗੱਲ ਟੌਪਿਕ ਕਰਨਾ ਤੇ ਸਾਡੇ ਕੋਲ ਲਿਖ ਲਓ ਕਿੰਨੇ ਪਾਰਟੀਕਲ ਕੈਲਕੂਲੇਟ ਕਰੋ n+1 ਕਿੰਨੇ ਪਾਰਟੀਕਲ ਹੈ n+1 ਕਿੱਥੇ ਕਿੱਥੇ ਪਏ ਹੋਏ ਆ x0 1 ਇੱਥੇ 1a at 2a at 3a so on ਕਿੰਨਾ ਹੋਏਗਾ n+1a ਸਮਝ ਲੱਗ ਗਈ ਪਹਿਲਾਂ ठीक है। या लास्ट वाला पार्टिकल ਆਪਾਂ na कह ਦਿੰਦੇ ਆ ਤੇ लोकेशन ठीक है डिस्टेंस से लगे ठीक है। पहला पार्टिकल विचलते है, दूसरा कितने का a डिस्टेंस से, तीसरा कितने का 2a, चौथा ते n+1 पार्टिकल na पे होएगा। लग गया पता पहला ए लोकेशन पे है। फिर लिख लो फॉर स्टैंडिंग वेव पार्टिकल एट x इक्वल टू 0 फॉर स्टैंडिंग वेव पार्टिकल एट x इक्वल टू 0 एंड x इक्वल टू 2na na only x equal to na will be permanently at rest, will be permanently at rest, ठीक है। मान लेने रस्ते दे विच इत्थे मान लो 1a 2a इस जगह ते कोई पार्टिकल जेड़ा na डिस्टेंस देगा स्मॉल n कितना है एक चेन है टोटल ए पूरी चेन है चेन में बड़े सारे पार्टिकल पे हुए लास्ट में इस जगह पे विचकार मैं किसी भी जगह पे किहड़े पार्टिकल की काउंट की nth पार्टिकल स्मॉल n जदों वेव इथों ट्रैवल करेगी क्योंकि स्टैंडिंग है ना सेम टाइम द वेव इंसिडेंट जाएगी उतो की होएगी रिफ्लेक्ट हो जाएगी, की हो जाएगी एक वेव इंसिडेंट है दूसरी केड़ी है रिफ्लेक्टेड। सो हर पार्टिकल ते कितनी वेव्स मीट करनियां दो वेव इंटरफेयर करनगी आपस में की मिलेगी सानू स्टैंडिंग वेव। लिखो एट एनी पार्टिकल एट x इक्वल टू n एट x इक्वल टू n अगला इनको डिस्प्लेसमेंट ऑफ n पार्टिकल गिवन बाय एन पहली वेव है ਇਹਦੇ ਵਿੱਚ ਲੱਗਾ ਹੈ ਮਾਈਨਸ x ਕਿੰਨਾ ਲਿਖਿਆ ਮੈਂ ਸਮਾਲ n ਨਹੀਂ ਪਤਾ ਲੱਗ ਗਿਆ ਕਿਉਂ ਆਇਆ ਇਹਦੀ ਲੋਕੇਸ਼ਨ n ਤੇ ਨੈਗੇਟਿਵ ਸਾਈਨ ਦਾ ਕੀ ਮਤਲਬ ਹੁੰਦਾ ਹੈ ਵੇਵ ਇਜ਼ ਟਰੈਵਲਿੰਗ ਅਲੋਂਗ ਪੋਜ਼ਿਟਿਵ x ਐਕਸਿਸ ਕੇ ਨੈਗੇਟਿਵ x ਐਕਸਿਸ ਦੇ ਵਿੱਚ ਕਰ ਮਾਈਨਸ ਹੋਵੇ ਜੇ ਵੇਵ ਵਿੱਚ ਕਰ ਮਾਈਨਸ ਹੁੰਦਾ ਨਾ ओमेगा ਤੇ ਪੋਜ਼ਿਟਿਵ x ਜਾ ਰਹੀ ਹੈ ਇਹ ਕਿਹੜੀ ਵੇਵ ਹੈ ਇਨਸੀਡੈਂਟ ਵੇਵ ਐਟ ਸੇਮ ਟਾਈਮ ਤੇ ਇੱਕ ਵੇਵ ਇੱਧਰ ਅੱਗੇ ਜਾਂਦੀ ਪਈ ਹੈ ਇੱਕ ਰਿਫਲੈਕਟ ਹੋ ਕੇ ਵੀ ਆਉਂਦੀ ਹੋਏਗੀ प्लस a2 e iota omega t plus kne plus beta 2 ਹੁਣ ਮੈਂ beta 1 ਤੇ beta 2 ਕਿਉਂ ਲਿਖ ਰਿਹਾ ਮੈਨੂੰ ਦੋਨੋਂ ਵੇਵ ਦੇ ਨਾ ਇਨਫੋਰਮੇਸ਼ਨ ਨਹੀਂ ਪਤਾ ਕਿ ਉਹਨਾਂ 'ਚ ਫੇਜ਼ ਡਿਫਰੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ। ਮੰਨ ਲਓ ਫੇਜ਼ ਡਿਫਰੈਂਸ ਨਾ ਹੋਵੇ ਤੇ ਕ੍ਰੈਸਟ ਤੇ ਕ੍ਰੈਸਟ ਚੜੇਗਾ ਤੇ ਮੈਕਸਿਮਮ ਮਿਲ ਜਾਏਗਾ ਜੇ ਫੇਜ਼ ਡਿਫਰੈਂਸ ਪਾਏ ਹੋ ਗਿਆ ਤੇ ਫਿਰ ਕ੍ਰੈਸਟ ਤੇ ਡਰਫ ਆ ਜਾਏਗਾ ਤੇ ਮਿਨੀਮਮ ਮਿਲ ਜਾਏਗਾ। मैं ਤੁਹਾਨੂੰ ਮੋਡ ਲਿਖ ਕੇ ਦਿਖਾਏ ਆ किसी जगह पे पार्टिकल मैक्सिमम डिस्प्लेसमेंट शो करते हैं किसी जगह पे पार्टिकल मिनिमम 0 पे पाए होंगे ਜਦੋਂ ਉਹਨਾਂ ਦੀ ਡਿਸਪਲੇਸਮੈਂਟ ਬਿਲਕੁਲ 0 ਹੋ ਚੁੱਕੀ ਹੋਈ ਹੈ ਤਾਂ ਮੀਨਿੰਗ ਉੱਥੇ ਫੇਜ਼ ਡਿਫਰੈਂਸ ਦੋਵਾਂ ਵੇਵ ਦੇ ਵਿੱਚ ਆਪਸ ਵਿੱਚ ਕਿੰਨਾ ਸੀ ਪਾਈ ਜਾਂ 3 ਪਾਈ ਜਾਂ 5 ਪਾਈ ਔਡ ਮਲਟੀਪਲ ਤੇ ਜੇ ਉਹ ਮੈਕਸਿਮਮ ਮਿਲ ਰਿਹਾ ਤਾਂ ਤੇ ਫੇਜ਼ ਡਿਫਰੈਂਸ ਹੈਗਾ 0 2 ਪਾਈ 4 ਪਾਈ ਈਵਨ ਮਲਟੀਪਲ ਠੀਕ ਹੈ। ਕੰਸਟਰਕਟਿਵ ਤੇ ਡਿਸਟਰਕਟਿਵ ਸੁਪਰਪੋਜੀਸ਼ਨ ਸਾਨੂੰ ਪਤਾ ਆ ਜਨਰਲ ਇਕੁਏਸ਼ਨ ਲਿਖ ਲਈਆਂ ਇਹਦਾ ਫੇਜ਼ ਦਾ β1 ਉਹਦਾ ਫੇਜ਼ ਕਿੰਨਾ ਹੈ दोवां च फेज डिफरेंस कितना आएगा β1 - β2 मॉड इस करके पता नहीं केड़ा बड़ा हो सकता β2 बड़ा ते β2 - β1 आ जाएगा ते β1 बड़ा होएगा ते β1 - β2 ऐ तक ठीक हो गया फिर ठीक है। आगे लिखो अप्लाई बाउंड्री कंडीशन। हुन बाउंड्री कंडीशंस की है x 0 ते जदों x n कितना हो जाना
जरूरी है आ वाला पार्टिकल बिल्कुल सेंटर से ही होवे, आ वाला पार्टिकल एस कॉर्नर से भी हो सकता है, ए पार्टिकल उस कॉर्नर से भी हो सकता है। असं बाउंड्री कंडीशन लगावांगे। पहली कंडीशन की है कि जे तुहाडा x की है 0 तो तुहाडा xn कितना आ जाएगा 0 आएगा। लिख लो एनु x0 लिख लो तो xn लिख लो, x कैपिटल N लिख लो, आ लिख लो। ਇਹਦੇ ਪਹਿਲਾਂ ਕਿ 0 ਲਿਖਣ ਦਾ ਮਤਲਬ ਹੈ ਕਿ ਅਸੀਂ ਕਿਹੜੀ ਜਗ੍ਹਾ ਤੇ ਗੱਲ ਕਰ ਰਹੇ ਹਾਂ x 0 ਤੇ, ਇੱਥੇ ਕਿਹੜੀ ਜਗ੍ਹਾ ਤੇ ਗੱਲ ਕਰ ਰਹੇ ਹਾਂ x ਕੈਪੀਟਲ N ਤੇ। x 0 ਤੇ ਪਹਿਲਾ ਪਾਰਟੀਕਲ ਹੈ ਤੇ x ਕੈਪੀਟਲ N ਤੇ ਕਿੰਨਾ ਪਾਰਟੀਕਲ ਸੀ nth ਪਾਰਟੀਕਲ ਕਿ n+1 n+1 ਸੀ। ਸਮਝ ਲੱਗ ਗਈ ਨਾ। ਆ ਦੋ ਬਾਉਂਡਰੀ ਕੰਡੀਸ਼ਨ ਲਾਣੀਆਂ ਆਪਾਂ। ਪਹਿਲਾਂ ਆਪਾਂ ਇਹ ਵਾਲੀ ਲਾਣੇ ਆ x 0 ਤੇ ਆ ਟਰਮ ਕਿੰਨੀ ਹੋ ਜਾਏਗੀ जे के n ਜਿਹੜਾ ਹੈਗਾ ਉਹ ਕਿੱਥੇ ਪਹੁੰਚਿਆ ਹੋਇਆ ਆ ਜਿਹੜਾ n ਦੀ ਚੀਜ਼ ਹੋਈ ਹੈ n ਦੀ ਇਹ ਕਿਤੇ ਡਿਪੈਂਡ ਕਰਦੀ ਹੈ। ਜੇ ਇੱਥੇ 0 ਆ ਗਿਆ ਤਾਂ ਇੱਥੇ ਵੀ ਕਿੰਨਾ ਆ ਜਾਏਗਾ 0 ਤੇ ਕੀ ਬਣੇਗੀ ਮੇਰੇ ਕੋ ਪਹਿਲੀ ਕੰਡੀਸ਼ਨ a1 e iota omega t plus a2 e iota omega t ਤੇ ਇਹ ਲਿਖ ਦਿੰਦੇ ਤੇ ਨਾਲ ਕੰਡੀਸ਼ਨ ਲਿਖ ਦਿੰਦੇ ਕਿ ਮੰਨ ਲੈਂਦੇ ਆ ਦੋਵਾਂ ਚ ਫੇਸ ਡਿਫਰੈਂਸ ਨਹੀਂ ਹੈਗਾ, ਦੋਵਾਂ ਦਾ ਇਨੀਸ਼ੀਅਲ ਫੇਸ ਕਿੰਨਾ ਹੈਗਾ 0। बीटा टर्म खत्म कर दो, लगे पता नो फेज डिफरेंस एस करके बिकॉज स्टार्टिंग पॉइंट एंड पॉइंट जो मर्जी हो जाए डिस्प्लेसमेंट कितनी रहनी है 0। ठीक है ते ए दोवां च कुछ कॉमन निकलदा है e आयोटा ओमेगा टी 0 नहीं होने लगा। हुन तुहानू पता होना चाहिए कि जे ਅਸੀਂ ਇਹਨੂੰ ਲਿਖਾਂਗੇ e ਹੁਣ एग्जामिनर ਨੂੰ ਦੱਸਣਾ ਹੈ ਕਿ ਆ 0 ਕਿਉਂ ਨਹੀਂ ਹੋਣਾ। ਇਹ ਦੋਵਾਂ ਦਾ ਪ੍ਰੋਡਕਟ ਕੀ ਹੈ ਪ੍ਰੋਡਕਟ 0 ਜਾਂ ਤਾਂ ਇਹ a1 a2 0 ਹੋਣਾ ਜਾਂ ਕੌਣ 0 ਹੋਣਾ। ਹੁਣ ਤੁਸੀਂ ਦੱਸੋ e ਪਾਵਰ x ਜਾਂ e ਪਾਵਰ ਮਾਈਨਸ ਓਮੇਗਾ t ਤੁਸੀਂ ਮੈਥ ਦੇ ਵਿੱਚ ਕੀਤਾ ਹੋਇਆ ਇਨਡਿਟਰਮਿਨੇਟ ਫਾਰਮ e ਪਾਵਰ x 0 ਕਦੋਂ ਹੁੰਦਾ e ਪਾਵਰ x 0 ਕਦੋਂ ਹੁੰਦਾ प्लस इनफिनिटी के माइनस इनफिनिटी e पावर इनफिनिटी ਹੁੰਦੀ ਹੈ ਇਨਫਿनिटी e पावर माइनस इनफिनिटी कितना ਹੁੰਦਾ ਹੈ 0। ਇਹਦਾ ਮਤਲਬ ਜੇ r ਰਕਮ 0 ਹੋਈ ਟਾਈਮ ਨੂੰ ਕਿੰਨਾ ਹੋਣਾ ਪੈਣਾ माइनस इनफिनिटी टाइम बैकवर्ड जाएगा पॉसिबल नहीं। ठीक है लग गया पता। ਇਹਦਾ मतलब अगले स्टेप्स की लिखा कैसे इसे लिख लो ऐसे लिखो ਕੀ ਹੋਣਾ ਫਿਰ ਇਹ बोर्ड अंदर पे नजर since e can't be minus infinity implies e power iota omega t cannot be 0। लगा मतलब infinity ਨਾਲ ਕਦੀ equal to ਨਹੀਂ ਪਾਣਾ ਹੁੰਦਾ ਉੱਥੇ ਅਪਰੋਚ ਪਾਣਾ ਹੁੰਦਾ ਹੈ। t minus infinity ਨੂੰ ਅਪਰੋਚ ਨਹੀਂ ਕਰ ਸਕਦਾ। plus infinity ਮੰਨ ਲਾਂਗੇ ਕਾਫੀ ਟਾਈਮ ਹੋ ਗਿਆ ਤੇ ਡਿਸਟਰਬੈਂਸ ਦੇਤੀ ਤੇ ਘੰਟੇ 2 ਘੰਟੇ ਬਾਅਦ ਆ ਕੇ ਤੁਸੀਂ ਚੈੱਕ ਕਰਦੇ ਪਏ ਕੀ ਹੋਏਗਾ ਉਹ ਦੇਰ ਤੱਕ ਤਾਂ ਕੀ ਹੋ ਜਾਏਗੀ ਸਾਰੇ ਪੁਆਇੰਟ ਰੈਸਟ ਤੇ ਆ ਚੁੱਕੇ ਹੋਣਗੇ। ਠੀਕ ਹੈ बट अपन माइनस इनफिनिटी पे नहीं पहुंच सकते। आ 0 नहीं होना तो कौन 0 होएगा फिर ਹੁਣ ਇੱਥੋਂ ਇੱਕ ਬੜੀ ਇੰਪੋਰਟੈਂਟ ਚੀਜ਼ ਮਿਲੀ ਹੈ ਕਿ ਦੋਨੋਂ ਵੇਵਸ ਦੇ ਐਂਪਲੀਟਿਊਡ ਇੱਕ ਦੂਜੇ ਤੋਂ ਕੀ ਹੈ ਆਪੋਜ਼ਿਟ ਹੈ। ਤੇ ਇੱਕ ਸਾਨੂੰ ਪਤਾ ਜੇ ਐਂਪਲੀਟਿਊਡ ਵੇਵਸ ਦੇ ਇੱਕ ਜਗ੍ਹਾ ਤੇ ਮਿਲਣ ਤੇ ਆਪੋਜ਼ਿਟ ਹੋਣ ਇਹ ਕਿਹੜੇ ਏਰੀਆ ਵਿੱਚ ਹੋ ਸਕਦਾ ਹੈ ਸਿਰਫ ਆਪਟੀਕਲ ਬ੍ਰਾਂਚ ਵਿੱਚ ਇਦਾਂ ਦਾ ਹੁੰਦਾ। ਠੀਕ ਹੈ ਇਹ ਚੀਜ਼ ਕਲੀਅਰ ਹੋ ਗਈ ਪਹਿਲਾਂ ਚਲੋ ਨੋਟ ਕਰ ਲਓ। ਇੱਥੋਂ ਪਤਾ ਲੱਗ ਗਿਆ ਕਿ a1 a2 ਪਹਿਲੀ ਬਾਉਂਡਰੀ ਕੰਡੀਸ਼ਨ। ਹੁਣ ਲਿਖੋ ਅਪਲਾਈ ਸੈਕੰਡ ਬਾਉਂਡਰੀ ਕੰਡੀਸ਼ਨ। ਹੁਣ ਇਹ ਸੈਕੰਡ ਬਾਉਂਡਰੀ ਕੰਡੀਸ਼ਨ ਲਵਾਂਗੇ ਉਹ ਕੀ ਹੈਗੀ ਸੀ x n0 ਕੀ ਬਣ ਜਾਣਾ a1 e iota omega t minus kna plus a2 e iota omega t plus kna एना बनता है a2 की वैल्यू की पुट करिए a2 की वैल्यू की पुट करिए माइनस a1 ये और कुछ कॉमन निकल रहे हैं एक e आयोटा ओमेगा t बाहर निकल जाना ते ऐसे बन जाना e माइनस आयोटा kna ते ऐसे माइनस e आयोटा kn ऐसे काफी कर दे कोई डाउट है तो विच ठीक है कोई डाउट है तो विच ठीक है
A2 का माइनस A1 कितना, एफ साइन नेगेटिव हो गया, A1 बाहर आ गया। पहली टर्म आ गई माइनस योटा के एन है, दूसरी रहेगी प्लस योटा। कोई रिलेशन याद आ रहा है ना देख के? साइन एक्स ਜਿਹੜਾ ਹੁੰਦਾ ਨਾ ਉਹਦਾ e iota x minus e minus iota x over 2 iota। ਇਹਦੇ ਬਸ ਪਹਿਲੀ ਰਕਮ ਨੈਗੇਟਿਵ ਹੈ ਤਾਂ ਸਾਨੂੰ ਮਾਈਨਸ ਸਾਈਨ ਕਾਮਨ ਕੱਢਣਾ ਪਏਗਾ। ਐਵੇਂ ਕੁਝ ਇਦਾਂ 2 iota a1 माइनस साइन अंदर बनेगा e iota a n a minus e iota k n a upon 2 iota e iota omega t। कोई डाउट है तो ठीक है, कोई डाउट? ਹੁਣ ਇਹ ਮਾਈਨਸ ਨੇ ਅਗਰ ਤੁਸੀਂ ਬੁੱਕ ਦੇ ਵਿੱਚ ਦੇਖੋਗੇ ਨਾ, ਜਿਹੜਾ ਬੁੱਕ 'ਚ ਆਥਰ ਲਿਖ ਰਿਹਾ ਹੈ ਨਾ, ਉਹਨੇ ਪਹਿਲੀ ਟਰਮ ਨੂੰ ਪਲੱਸ ਲਿਖਿਆ ਇਨਫਿਨਿਟ ਨੂੰ ਤੇ ਦੂਜੀ ਨੂੰ ਕੀ ਲਿਖਿਆ ਹੈ ਨੈਗੇਟਿਵ, ਤਾਂ ਕਿ ਇੱਥੇ ਇਹ ਨੈਗੇਟਿਵ ਸਾਈਨ ਨਾ ਆਵੇ। ਬਟ ਇਹ ਸਾਡਾ ਆ ਵੀ ਜਾਏਗਾ, ਕੋਈ ਵੱਡੀ ਗੱਲ ਨਹੀਂ, ਠੀਕ ਹੈ। ਅਸੀਂ ਮੈਗਨੀਟਿਊਡ ਨਾਲ ਡੀਲ ਕਰਨਾ ਹੈ। ਅਨੂ ਕਿੱਦਾਂ ਲਿਖਾਂਗੇ -2 iota a1 sin k कैपिटल N a, ठीक है, ਤੇ ਨਾਲ ਕੀ ਹੈ e iota omega t, ठीक है, लिख लो। यही बन जाएगा ना ये चीज, कोई डाउट किसी को? कुछ नजर आ रहा है? जी नजर आ बेटे ध्यान, ये बन जाएगा, ठीक है। -2 iota लग गया, पता क्यों आया फिर ऐ तक आगे अगे लिखो e iota omega t के इक्वल होता है e iota omega t, बोलो किसके इक्वल होता है? तो -2 e a sin ए घट को मान गया। इस स्टेप तक आ गए तो देखो ऐसा कोई डाउट? ठीक है, लिख लिया। ए ना मेरी जनरल इक्वेशन है, सेकंड बाउंड्री कंडीशन है, केड़ी है सेकंड बाउंड्री कंडीशन। ਇੱਥੇ ਨਾ ਤਾਂ Na 0 ਹੋਣਾ ਤੇ ਨਾ Na 0 ਹੋਣਾ, ਕੌਣ 0 ਹੋਏਗਾ? ਕਿ ਧਿਆਨ ਰੱਖਣਾ ਕੈਪੀਟਲ N A ਦੀ ਗੱਲ ਕਰ ਰਹੇ ਹਾਂ। ਸਾਈਨ ਦੀ ਵੈਲਿਊ 0 ਕਦੋਂ ਹੁੰਦੀ ਹੈ? ਕੋਈ ਮਲਟੀਪਲ ਆਫ ਪਾਈ, ਐਨੀ ਮਲਟੀਪਲ ਆਫ ਪਾਈ, 1 ਪਾਈ 2 ਪਾਈ 3 ਪਾਈ। ਹੁਣ ਅਸੀਂ ਇਹਨੂੰ ਸਮਾਲ n ਪਾਈ ਨਹੀਂ ਲਿਖਣਾ ਕਿਉਂਕਿ ਸਮਾਲ n ਯੂਜ਼ ਕੀਤਾ ਹੋਇਆ ਪਾਰਟੀਕਲ ਤੇ, ਇਹਨੂੰ ਅਸੀਂ ਕੀ ਕਰ ਦਾਂਗੇ m ਪਾਈ, ਤੇ ਮੇਰੇ ਕੋ k ਕਿੰਨਾ ਆ ਜਾਏਗਾ, ठीक है। ਇਹ ਚੀਜ਼ ਹੋ ਗਈ ਕਲੀਅਰ? k ਕੀ ਹੈ ਵੇਵ ਵੈਕਟਰ। ਹੁਣ ਤੁਸੀਂ ਦੱਸਣਾ ਮੈਨੂੰ, ਜੇ ਵੇਵ ਪ੍ਰੋਪੇਗੇਟ ਕਰ ਰਹੀ ਹੈ ਚਾਹੇ ਇਨਸੀਡੈਂਟ ਚਾਹੇ ਰਿਫਲੈਕਟਡ, क्या ਉਹਦਾ ਪ੍ਰੋਪੇਗੇਸ਼ਨ ਕਾਂਸਟੈਂਟ 0 ਹੋ ਸਕਦਾ? ਜੇ ਪ੍ਰੋਪੇਗੇਸ਼ਨ ਕਾਂਸਟੈਂਟ 0 ਵੇਵ ਟਰੈਵਲ ਨਹੀਂ ਕਰ ਰਹੀ, ਬਟ ਇਦਾਂ ਤਾਂ ਨਹੀਂ ਹੈ ਨਾ। ਸੋ m ਦੀ ਵੈਲਿਊ 0 ਪੋਸੀਬਲ ਹੈਗੀ ਹੈ, m cannot be 0, ਪਹਿਲੀ ਗੱਲ, ਠੀਕ ਹੈ। ਲਿਖ ਲਓ where m cannot be 0, where m cannot be, so m 0 नहीं हो सकता। रह गया हम लास्ट पार्टिकल, जब बिल्कुल लास्ट वाला पार्टिकल थी वो की का सी रेस्ट का सी, ठीक है। सो इस टोटल कितने पार्टिकल लगे हैं n+1, पहला पार्टिकल ते लास्ट से छड़ दिए, 2 पार्टिकल माइनस कर दिए, कितने बचेंगे n-1। लिखो मैक्सिमम वैल्यू ऑफ स्मॉल n, मैक्सिमम वैल्यू ऑफ स्मॉल m वो कितनी होएगी, दैट इज लेक्चर क्लास रिकॉर्ड।